ਮਨੁੱਖਤਾ ਅੱਗੇ ਬਹੁਤ ਵੱਡੇ ਸਵਾਲ ਖੜੇ ਹਨ। ਮਨੁੱਖ ਦੇ ਹੋਂਦ ਦੇ ਸਵਾਲ, ਇਸ ਧਰਤੀ ਦੇ ਹਵਾ ਪਾਣੀ ਦੇ ਹੋਂਦ ਦੇ ਸਵਾਲ, ਸਾਰੇ ਜੀਵਾਂ ਦੇ ਹੋਂਦ ਦੇ ਸਵਾਲ, ਵੱਡੇ ਆਰਥਿਕ ਸਵਾਲ, ਸੱਭਿਆਚਾਰਕ ਸਵਾਲ, ਤੇ ਸਭ ਤੋਂ ਜ਼ਿਆਦਾ ਕਿ ਜਿਹੜੇ ਮਾਡਲ ਤੇ ਜਿਹੜੇ ਸਿਸਟਮ ਚੱਲਦੇ ਸੀ ਉਹ ਸਾਰੇ ਹੀ ਕ੍ਰਾਈਸਿਸ 'ਚ। ਜਿੰਨੇ ਨੌਲੇਜ ਸਿਸਟਮ ਸੀ ਉਹਨਾਂ ਦੇ ਬੇਸ, ਜਿਹੜੇ ਇਕਨੋਮਿਕ ਸਿਸਟਮ ਸੀ, ਸੋਸ਼ਲ ਸਟਰਕਚਰ ਸੀ, ਪੋਲੀਟੀਕਲ ਸਟਰਕਚਰ ਸੀਗੇ, ਜਿੰਨੇ ਵੀ ਚੱਲਦੇ ਆ ਰਹੇ ਸੀ ਉਹਨਾਂ ਦੇ ਵੱਡਾ ਕ੍ਰਾਈਸਿਸ ਆ ਗਿਆ। ਤੇ ਇਹ ਇੱਕ ਚੈਲੰਜ ਵੀ ਆ ਕਿ ਇੱਥੇ ਮਨੁੱਖਤਾ ਨੂੰ ਇੱਕ ਨਵੀਂ ਰੀਸੈਟਿੰਗ ਦੀ ਸਪੇਸ ਬਣ ਗਈ ਆ ਤੇ ਇੱਥੇ ਹਰ ਤਰ੍ਹਾਂ ਦੇ ਵਿਚਾਰ ਦੀ, ਹਰ ਤਰ੍ਹਾਂ ਦੇ ਕਨਸੈਪਟ ਲਈ ਹੁਣ ਇੱਕ ਜਗ੍ਹਾ ਹੈ। ਤੇ ਇੱਥੇ ਖਾਲਸਾ ਪੰਥ ਕੋਲ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਰਾਹੀਂ ਤੇ ਖਾਲਸਾ ਪੰਥ ਰਾਹੀਂ ਬਹੁਤ ਅਜ਼ੀਮ ਮਾਡਲਸ ਪੇਸ਼ ਕੀਤੇ ਹਨ। ਤੇ ਇਹ ਇੱਕ ਸਾਡੇ ਲਈ ਮੌਕਾ ਵੀ ਹੈ ਕਿ ਅਸੀਂ ਗੁਰੂ ਸਾਹਿਬ ਦੀ ਸੋਚ ਅਨੁਸਾਰ, ਗੁਰੂ ਸਾਹਿਬ ਦੇ ਸੱਚ ਤੇ ਗੁਰੂ ਸਾਹਿਬ ਦੀ ਜੁਗਤ ਅਨੁਸਾਰ ਅਸੀਂ ਆਪਣੇ ਅਮਲਾਂ ਤੇ ਆਪਣੇ ਆਈਡੀਆ ਰਾਹੀਂ ਸਾਰੇ ਦੁਨੀਆ ਅੱਗੇ ਜੋ ਖਾਲਸੇ ਦਾ ਇੱਕ ਮਾਡਲ ਹੈ ਸਟੇਟ ਦਾ, ਜੋ ਸਿੱਖ ਆਈਡੀਆ ਆਫ ਸਟੇਟ ਹੈ, ਉਹ ਅੱਗੇ ਲੈ ਕੇ ਆਈ। ਇਹ ਜ਼ਿਆਦਾ ਸਾਡੇ ਅਮਲਾਂ ਰਾਹੀਂ ਆਉਣਾ ਹੈ। ਇਹਦੇ ਨਾਲ ਹੀ ਇੰਡੀਅਨ ਸਬ ਕੰਟੀਨੈਂਟ ਦੇ ਲੈਵਲ ਤੇ ਵੀ ਬਹੁਤ ਵੱਡੀਆਂ ਚੇਂਜਸ ਹੈ, ਬਹੁਤ ਵੱਡੀਆਂ ਜੀਓਪੋਲੀਟੀਕਲ ਚੇਂਜਸ ਹੈ, ਪਾਵਰ ਦੀਆਂ ਇਕੁਏਸ਼ਨਸ ਬਦਲ ਰਹੀਆਂ ਹਨ। ਤੇ ਇੰਡੀਆ ਦੇ ਵਿੱਚ ਜੋ ਹਿੰਦੂਤਵ ਹੈ, ਜੋ ਇੱਕ ਤਰ੍ਹਾਂ ਦਾ ਫੈਸਿਜ਼ਮ ਹੈ, ਜੋ ਇੱਕ ਹਿੰਦੂ ਇੰਪੀਰੀਅਲਿਜ਼ਮ ਹੈ, ਨਾਲ ਕਾਰਪੋਰੇਟ ਮਾਡਲ ਦੀ ਗਵਰਨਮੈਂਟਸ ਹੈ, ਉਹ ਵੀ ਬੜੇ ਜ਼ੋਰ ਸ਼ੋਰ ਨਾਲ ਅੱਗੇ ਵਧ ਰਿਹਾ ਹੈ। ਤੇ ਉਹ ਸਾਰਾ ਕੁਛ ਬੜੀਆ ਮੇਟ ਕਰਦੇ ਜਾ ਰਹੇ ਆ ਇੱਕ ਆਪਣੀ ਹੈਜੀਮੋਨੀ ਲਈ, ਆਪਣੇ ਹੋਮੋਜੇਨਾਈਜੇਸ਼ਨ ਦੇ ਤਹਿਤ ਕਿਸੇ ਨੂੰ ਸਭ ਰੋਲਰ ਕੋਸਟਰ ਫੇਰਦੇ ਜਾ ਰਹੇ ਆ। ਤੇ ਇਹਦੇ ਵਿੱਚ ਇੱਥੇ ਆਪਣੇ ਪੰਥ ਦੇ ਅੱਗੇ ਵੀ ਇੱਕ ਬਹੁਤ ਵੱਡੇ ਸਵਾਲ ਖੜੇ ਹੋ ਗਏ ਹਨ। ਤੇ ਰਹੀ ਗੱਲ ਆਪਾਂ ਕਰੀਏ ਕਿ ਪੰਥ ਕੀ ਆ। ਪੰਥ ਕੋਈ ਇੱਕ ਬੰਦਾ, ਇੱਕ ਕੋਈ ਧੜਾ, ਇੱਕ ਪਾਰਟੀ, ਇੱਥੋਂ ਤੱਕ ਵੀ ਇੱਕ ਕੋਈ ਰਾਜਨੀਤਿਕ ਪਾਰਟੀ ਜਿਹੜੀਆਂ ਸਾਰੀਆਂ ਵੋਟਾਂ ਰਾਹੀਂ ਜਿੱਤ ਜਾਂਦੀ ਆ, ਜਿੱਦਾਂ ਕਦੀ ਅਕਾਲੀ ਜਿੱਤਦੇ ਰਹੇ, ਇਹ ਕੋਈ ਪੰਥ ਨਹੀਂ। ਪੰਥ ਬਹੁਤ ਅਜ਼ੀਮ, ਇਹਨਾਂ ਸਾਰੀਆਂ ਗੱਲਾਂ ਤੋਂ ਬਹੁਤ ਉੱਚੀ ਸੁਰਤ ਤੇ ਜਗ੍ਹਾ ਹੈ। ਉਹਨੂੰ ਤੁਸੀਂ ਮਹਿਸੂਸ ਹੀ ਕਰ ਸਕਦੇ ਆ, ਉਹਨੂੰ ਸਮਝਾਇਆ ਨਹੀਂ ਜਾ ਸਕਦਾ। ਪੰਥ ਦੇਸ਼ਾਂ, ਕੌਮਾਂ, ਇਹਨਾਂ ਤੋਂ ਵੀ ਬਹੁਤ ਵੱਡੀ ਗੱਲ ਹੈ। ਜਦੋਂ ਆਪਾਂ ਨੂੰ ਪੰਥ ਦੀ ਗੱਲ ਕਰਨੀ ਚਾਹੀਦੀ ਆ, ਬਹੁਤ ਡਰ ਕੇ, ਬਹੁਤ ਅਦਬ ਤੇ ਭੈਜ ਕਰਨੀ ਚਾਹੀਦੀ ਹੈ। ਗੁਰੂ ਨੇ ਸਾਜਿਆ ਆ, ਅਕਾਲ ਪੁਰਖ ਨੇ ਸਾਜਿਆ ਆ ਤਾਂ ਕਿ ਮਨੁੱਖਤਾ ਨੂੰ ਸਹੀ ਰਾਹ, ਗਾੜੀ ਰਾਹ ਦੱਸਿਆ ਜਾ ਸਕੇ। ਤੇ ਸਭ ਤੋਂ ਵੱਡੀ ਗੱਲ ਗੁਰੂ ਆ, ਗੁਰਬਾਣੀ ਆ, ਇਸ ਤੋਂ ਵੱਡਾ ਕੋਈ ਸੱਚ ਨਹੀਂ। ਤੇ ਗੁਰਬਾਣੀ ਰਾਹੀਂ ਪੰਥ ਆਇਆ ਤੇ ਗੁਰੂ ਨੇ ਸਾਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦਿੱਤਾ ਹੈ ਤੇ ਗੁਰੂ ਉਹਦੇ ਵਿੱਚ ਹੈ। ਇਸ ਕਰਕੇ ਪੰਥ ਅਜੇਤਿਆ, ਪੰਥ ਉੱਦਾਂ ਹੀ ਇਮੈਨੈਂਟ ਆ ਸਾਰੀ ਥਾਂ 'ਚ। ਉਹ ਤਾਂ ਸਿੱਖਾਂ ਨੂੰ ਦੁਬਾਰਾ ਗੁਰੂ ਵਾਲੇ ਰਾਹ ਤੇ ਚੱਲਣਾ ਪਏਗਾ। ਉਸ ਨਿਸ਼ਕਾਮਤਾ, ਨਿਰਸਵਾਰਥਤਾ ਨਾਲ, ਉਸ ਸੇਵਾ ਭਾਵਨਾ ਨਾਲ, ਉਸ ਪਿਆਰ ਨਾਲ, ਉਸ ਆਪਾ ਸਮਰਪਣ ਨਾਲ। ਤੇ ਗੁਰੂ ਦਾ ਸਦਾ ਹੀ ਖੜਾ ਹੈ, ਆਪਣੇ ਚੱਲਣ ਦੀ ਗੱਲ ਹੈ। ਜਿੱਦਾਂ ਹੁਣ ਇੱਕ ਇਲੈਕਸ਼ਨਾਂ ਦੇ ਰਿਜ਼ਲਟਾਂ ਦੇ ਸੰਬੰਧ ਵਿੱਚ ਆਇਆ ਹੈ ਕਿ ਅਕਾਲੀ ਦਲ ਹਾਰ ਗਿਆ ਹੈ, ਕਈ ਲੋਕ ਪੰਥ ਨੂੰ ਹਾਰ ਗਿਆ ਦੱਸੀ ਜਾ ਰਹੇ ਹਨ। ਇਹ ਪੰਥ ਦੇ ਸਾਹਮਣੇ ਵੀ ਇੱਕ ਵੱਡਾ ਚੈਲੰਜ ਤੇ ਇੱਕ ਮੌਕਾ ਵੀ ਹੈ। ਪਰ ਇੱਥੇ ਸਾਨੂੰ ਇਹ ਸਮਝਣਾ ਪਊਗਾ ਕਿ ਕੀ ਕਿਹਾ ਜਾ ਰਿਹਾ ਹੈ। ਆਪਣੇ ਲਈ ਸਭ ਤੋਂ ਵੱਡਾ ਤਾਂ ਇੱਕ ਇਹ ਆ ਕਿ ਆਪਾਂ ਪੰਥ ਨੂੰ, ਸਿੱਖਾਂ ਨੂੰ, ਰਾਜਨੀਤੀ ਨੂੰ, ਹੋਰ ਬਹੁਤ ਚੀਜ਼ਾਂ ਨੂੰ ਰਲਗਿੜ ਕਰ ਰਹੇ ਹਾਂ।
ਬਹੁਤ ਇੱਕ ਤਰ੍ਹਾਂ ਦਾ ਸਿਧਾਂਤਕ ਤੇ ਰਾਜਨੀਤਿਕ ਗਵਾਰ ਜਿਹਾ ਪੈਦਾ ਕਰ ਰਹੇ ਹਾਂ। ਬਹੁਤ ਕੁਛ ਰਲਗੱਡ ਹੋ ਗਿਆ ਹੈ, ਬੜਾ ਖੰਡਾਓ ਹੈ ਤੇ ਆਮ ਲੋਕਾਂ ਨੂੰ ਕੋਈ ਸਮਝ ਨਹੀਂ ਲੱਗ ਰਹੀ। ਜੇ ਆਪਾਂ ਗੱਲ ਕਰੀਏ ਕਿ ਅਕਾਲੀ ਦੀ ਜਾਂ ਪੰਥ ਦੀ, ਪੰਥ ਗੁਰੂ ਸਾਹਿਬ ਨੇ ਸਾਜਿਆ ਅਕਾਲ ਪੁਰਖ ਦੇ ਹੁਕਮ ਵਿੱਚ, ਤੇ ਅਕਾਲੀ ਪੰਥ ਦੇ ਸਿਪਾਹੀ ਹਨ, ਸੰਤ ਸਿਪਾਹੀ ਹਨ। ਅਸਲ ਵਿੱਚ ਇਹ ਸਥਿਤੀ ਹੈ। ਤੇ ਅਕਾਲੀ ਤਾਂ ਅਕਾਲ ਤੋਂ ਵੀ ਪਰੇ ਹੁੰਦਾ ਹੈ, ਮੌਤ ਦਾ ਉੱਤੇ ਕੋਈ ਅਸਰ ਨਹੀਂ, ਉਹ ਕਿਸੇ ਤਖਤ ਦੇ ਅਧੀਨ ਨਹੀਂ ਹੁੰਦਾ, ਕਿਸੇ ਦੇ ਈਨ ਨਹੀਂ ਮੰਨਦਾ, ਬਿਲਕੁਲ ਆਜ਼ਾਦ, ਧੁਰੋਂ ਆਜ਼ਾਦ ਤੇ ਅਕਾਲ ਪੁਰਖ ਤੋਂ ਬਾਦਸ਼ਾਹੀ ਉਹਨੂੰ ਵਿਰਸੇ ਵਿੱਚੋਂ ਮਿਲੀ ਹੋਈ ਹੈ। ਤੇ ਅਕਾਲੀ ਜਿੱਤ ਉਹਦੇ ਨਾਲ ਹੁੰਦੀ ਆ, ਉਹ ਜਿੱਤ ਲਈ ਵੀ ਨਹੀਂ ਲੜਦਾ, ਹਾਰਨ ਦਾ ਤਾਂ ਮਤਲਬ ਹੀ ਕੋਈ ਨਹੀਂ। ਤੇ ਖਾਲਸਾ ਪੰਥ ਨੂੰ ਜਿਹੜੀ ਬਾਦਸ਼ਾਹਤ ਆ ਉਹ ਗੁਰੂ ਸਾਹਿਬ ਰਾਹੀਂ ਅਕਾਲ ਪੁਰਖ ਨੇ ਦਿੱਤੀ ਆ, ਤਾਂ ਕਿ ਉਹ ਅਕਾਲ ਪੁਰਖ ਦੀ ਸਤਾ ਨੂੰ ਕਾਇਮ ਰੱਖ ਸਕੇ ਤੇ ਉਹਨੂੰ ਅੱਗੇ ਵਧਾਵੇ। ਤੇ ਇੱਥੇ ਇਹ ਆ ਕਿ ਜਦੋਂ ਅਕਾਲੀ ਦਲ ਹੋਂਦ ਵਿੱਚ ਆਇਆ ਸੀ, ਉਦੋਂ ਇਹ ਗੁਰਮਤਿ ਪਰੰਪਰਾ ਤੇ ਗੁਰਮਤਿ ਪ੍ਰਬੰਧ ਦੇ ਤਹਿਤ ਹੀ ਆਇਆ ਸੀ ਤੇ ਇਹਦਾ ਇੱਕ ਸ਼ਾਨਦਾਰ ਇਤਿਹਾਸ ਹੈ। ਅਕਾਲੀ ਉਹੀ ਰਹੇ ਹਨ ਜਿਹੜੇ ਨਿਸ਼ਕਾਮ ਨਿਰਸਵਾਰਥ ਗੁਰੂ ਲਈ, ਗੁਰੂ ਦੇ ਸੱਚ ਲਈ, ਪੰਥ ਲਈ, ਸਰਬੱਤ ਦੇ ਭਲੇ ਲਈ, ਹਲੇਮੀ ਰਾਜ ਲਈ, ਬੇਗਮਪੁਰਾ ਲਈ ਜੂਝੇ ਤੇ ਸਿਰ ਧੜੀ ਤੇ ਰੱਖ ਕੇ ਜੂਝਦੇ ਹਨ। ਸ਼ਹਾਦਤ ਉਹਨਾਂ ਦਾ ਮੰਜ਼ਰ ਹੁੰਦੀ ਹੈ ਤੇ ਉਹਨਾਂ ਦੀ ਕੋਈ ਮਲਕੀਅਤ ਨਹੀਂ ਹੁੰਦੀ, ਉਹ ਕੋਈ ਦਾਅਵਾ ਨਹੀਂ ਕਰਦੇ। ਇਤਿਹਾਸ ਦੇਖੀਏ ਕਿ ਮਿਸਲਾਂ ਵੇਲੇ ਜਿਹੜੀਆਂ ਮਿਸਲਾਂ ਸੀ, ਜਿੱਦਾਂ ਮਿਸਲ ਸ਼ਹੀਦਾਂ, ਨਿਸ਼ਾਨਾਂ ਵਾਲੀ ਮਿਸਲ, ਉਹ ਇਹੋ ਜਿਹੇ ਹੀ ਅਕਾਲੀ ਸਨ ਸਾਰੇ, ਇਹੋ ਜਿਹੇ ਖਾਲਸਾ ਪੰਥ ਸੀ। ਫਿਰ ਇੱਥੋਂ ਤੱਕ ਜਿਹੜਾ ਸਿੱਖਾਂ ਦਾ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ, ਉਹਦੇ ਵਿੱਚ ਵੀ ਜਿਹੜੇ ਉਸ ਵੇਲੇ ਜਥੇਦਾਰ ਸਨ ਅਕਾਲੀ ਫੂਲਾ ਸਿੰਘ, ਉਹ ਕਿਸੇ ਰਾਜ ਦੇ ਤਹਿਤ ਹਨ। ਈਵਨ ਸਿੱਖਾਂ ਦੇ ਰਾਜ ਦੇ ਤਹਿਤ ਵੀ ਅਕਾਲੀ ਨਹੀਂ ਆਉਂਦੇ। ਖਾਲਸਾ ਪੰਥ ਉਹਦਾ ਵੀ ਮਤਹਿਤ ਨਹੀਂ ਹੈ, ਉਹ ਉਸ ਤੋਂ ਵੀ ਉੱਤੇ ਹੈ। ਉਹਨੇ ਉਹਨਾਂ ਦੀ ਵੀ ਨਿਗਰਾਨੀ ਰੱਖਣੀ ਹੈ, ਉਹਨਾਂ ਦੇ ਨਿਗਹਿਬਾਨ ਹੋਣਾ ਹੈ। ਜੇ ਉਹਨਾਂ 'ਚ ਵੀ ਕੋਈ ਕਮੀ ਆਉਂਦੀ ਹੈ, ਉਹ ਗੁਰੂ ਦੇ ਰਾਹ ਤੋਂ ਹਟਦੇ ਹਨ, ਇਨਸਾਫ ਦੇ ਰਾਹ, ਸਰਬੱਤ ਦੇ ਭਲੇ ਦੇ ਰਾਹ ਤੋਂ ਹਟਦੇ ਹਨ ਜਾਂ ਡੋਲਦੇ ਹਨ, ਉਹਨੇ ਉਹਨਾਂ ਨੂੰ ਵੀ ਸਾਵਧਾਨ ਕਰਨਾ ਹੈ। ਤੇ ਜੇ ਨਹੀਂ ਹਟਦੇ, ਜੇ ਦੂਸਰੇ ਰਾਜਾਂ ਵਾਂਗ ਜਾਂਦੇ ਹਨ, ਤਾਂ ਉਹਨਾਂ ਦਾ ਵੀ ਵਿਰੋਧ ਕਰਨਾ ਹੈ। ਇਹ ਤਾਂ ਹੈ ਅਸਲ ਅਕਾਲੀ ਦਲ ਦੀ ਜੋ ਪਰੰਪਰਾ, ਜੋ ਇਤਿਹਾਸ। ਤੇ ਜਦੋਂ ਇਹ ਅਕਾਲੀ ਦਲ ਸਾਜਿਆ ਗਿਆ ਸੀ 1920 ਵਿੱਚ, ਉਦੋਂ ਵੀ ਇਹ ਸਟਰਗਲ 'ਚੋਂ ਹੀ ਸਾਜਿਆ ਗਿਆ ਸੀ ਤੇ ਬੜੀਆਂ ਵੱਡੀਆਂ ਸ਼ਖਸੀਅਤਾਂ ਸੀ, ਇਹਨਾਂ ਨੇ ਵੱਡਾ ਘੋਲਿਆ, ਕੁਰਬਾਨੀਆਂ ਕੀਤੀਆਂ। ਉਸ ਤੋਂ ਬਾਅਦ ਅਕਾਲੀ ਦਲ ਦਾ ਹੁਣ 100 ਸਾਲ ਦਾ ਸਫ਼ਰ ਹੋ ਗਿਆ ਹੈ। ਉਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਆਪਣੇ ਆਸ਼ੇ, ਆਪਣੀ ਟ੍ਰੈਡੀਸ਼ਨ, ਆਪਣੇ ਸਿਧਾਂਤਾਂ ਤੋਂ ਹੌਲੀ ਹੌਲੀ ਥੜਕਦਾ ਤੇ ਡੋਲਦਾ ਹੋਰ ਰਾਹ ਫੜਦਾ ਰਿਹਾ, ਸਮੇਂ ਦੇ ਪ੍ਰਭਾਵਾਂ ਅਨੁਸਾਰ, ਮਾਇਆ ਦੇ ਪ੍ਰਭਾਵ ਅਨੁਸਾਰ ਜਾਂ ਗਲਤ ਪੋਜੀਸ਼ਨਾਂ ਲੈਣ ਦੇ ਹਿਸਾਬ ਨਾਲ। ਤੇ ਆਪਾਂ ਦੇਖੀ ਕਿ 1947 ਤੋਂ ਬਾਅਦ ਤੇ ਇੱਥੋਂ ਤੱਕ ਆ ਗਿਆ ਕਿ ਕਿਸੇ ਵੇਲੇ ਅਕਾਲੀ ਦਲ ਦੇ ਬੰਦੇ ਕਾਂਗਰਸ 'ਚ ਅਕਾਲੀ ਨੇ ਦੇ ਦਿੱਤੇ ਸੀ। ਉੱਥੋਂ ਹੀ ਸਮਝ ਸਕਦੇ ਕਿ ਕਿਹੋ ਜਿਹੇ ਹਾਲਾਤ ਇਸ ਪਾਰਟੀ ਦੇ ਉਦੋਂ ਆ ਗਏ ਸੀ। ਤੇ ਪੰਜਾਬੀ ਸੂਬੇ ਤੋਂ ਬਾਅਦ ਜਿਹੜੀ ਲੀਡਰਸ਼ਿਪ ਆਉਂਦੀ, ਉਹ ਹੌਲੀ ਉਹ 'ਚ ਦੁਨੀਆਦਾਰੀ ਭਾਰੀ ਹੁੰਦੀ ਗਈ, ਮਾਇਆ ਭਾਰੀ ਹੁੰਦੀ ਗਈ, ਨਿੱਜ ਪ੍ਰਸਤੀ ਵੱਧਦੀ ਗਈ ਤੇ ਜਿਹੜੇ ਸਰਬੱਤ ਦੇ ਭਲੇ ਵਾਲੇ, ਜਿਹੜੇ ਨਿਸ਼ਕਾਮ ਸੇਵਾ, ਸਟਰਗਲ ਵਾਲੇ ਜਿਹੜੇ ਅੰਸ਼ ਆ, ਉਹ ਕਮਜ਼ੋਰ ਹੁੰਦੇ ਰਹੇ। ਸਟੇਟ ਨੂੰ ਇਹ ਸੂਟ ਕਰਦਾ ਸੀ, ਸਟੇਟ ਉਹੋ ਜਿਹੇ ਅੰਸ਼ਾਂ ਉਹਨਾਂ ਦੇ ਹੱਥ ਪਾਵਰ ਦਿੰਦਾ ਰਿਹਾ ਤੇ ਹੌਲੀ ਇਹਨਾਂ ਨੇ ਮੋਰਚੇ ਲਾਉਣੇ, ਸਟਰਗਲ ਆਮ ਲੋਕਾਂ ਨਾਲ ਬਿਲਕੁਲ ਹੀ ਛੱਡ ਦਿੱਤੇ, ਇਸ਼ੂ ਵੀ ਛੱਡ ਦਿੱਤੇ। ਤੇ ਇੱਥੋਂ ਤੱਕ ਹੋ ਗਿਆ ਕਿ ਜਦੋਂ ਸੀਨ ਤੇ 1984 ਵੇਲੇ ਬ੍ਰਾਹਮਣਵਾਦੀ ਤਖਤ ਨੇ ਦਰਬਾਰ ਸਾਹਿਬ ਤੇ, ਅਕਾਲ ਤਖਤ ਤੇ ਹਮਲਾ ਕੀਤਾ। ਅਕਾਲ ਤਖਤ ਜੋ ਕਿ ਗੁਰੂ ਖਾਲਸਾ ਪੰਥ ਦਾ ਤਖਤ ਹੈ ਤੇ ਗੁਰੂ ਖਾਲਸਾ ਪੰਥ ਉੱਥੇ ਦਾ ਪਹਿਰੇਦਾਰ ਹੈ। ਜਦੋਂ ਉੱਥੇ ਉਹਨਾਂ ਨੇ ਹਮਲਾ ਕੀਤਾ ਤੇ ਉਸ ਵੇਲੇ ਉੱਥੋਂ
ਉੱਥੇ ਇਸ ਸਦੀ ਦੇ ਸਭ ਤੋਂ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪਹਿਰੇਦਾਰੀ ਕਰ ਰਹੇ ਸੀ। ਉਹਨਾਂ ਨੇ ਬਹੁਤ ਵੱਡੀ ਜੰਗ ਲੜ ਕੇ ਇੱਕ ਲਾਸਾਨੀ ਸ਼ਹਾਦਤਾਂ ਦਿੱਤੀਆਂ। ਉਸ ਵਕਤ ਦੀ ਜਿਹੜੀ ਅਕਾਲੀ ਦਲ ਦੀ ਜਿਹੜੀ ਅਗਵਾਈ ਸੀ, ਉਹਦਾ ਰੋਲ ਚੰਗਾ ਨਹੀਂ ਰਿਹਾ, ਸਾਜ਼ਿਸ਼ਾਂ ਵਾਲਾ ਰਿਹਾ, ਪੰਥ ਦੇ ਖਿਲਾਫ ਰਿਹਾ ਤੇ ਸੰਤ ਜੀ ਦੇ ਵੀ ਖਿਲਾਫ ਰਿਹਾ। ਉਸ ਤੋਂ ਬਾਅਦ ਵੀ ਇਹਨਾਂ ਨੂੰ ਇੱਕ ਵਾਰ ਤਾਂ ਪੰਥ ਨੇ ਬਿਲਕੁਲ ਹੀ ਨਕਾਰਾ ਕਰ ਦਿੱਤਾ ਸੀ, ਪਰ ਹੌਲੀ ਹੌਲੀ ਸਟੇਟ ਦੇ ਅਨੁਸਾਰ ਇਹ ਦੁਬਾਰਾ ਫਿਰ ਆ ਗਏ ਤੇ ਜਦੋਂ ਦੁਬਾਰਾ ਪਾਵਰ 'ਚ ਆਏ ਹੌਲੀ ਹੌਲੀ ਇਹ ਇੰਨੇ ਜਾਣੀ ਕਿ ਆਪਣੇ ਸਿਧਾਂਤ ਨੂੰ ਇਹਨਾਂ ਨੇ ਡਿਲਿਊਟ ਕਰ ਦਿੱਤਾ ਕਿ ਪੰਜਾਬੀ ਪਾਰਟੀ ਬਣ ਗਈ। ਪੰਜਾਬੀ ਪਾਰਟੀ ਤੋਂ ਬਾਅਦ ਫਿਰ ਬਿਲਕੁਲ ਇੱਕ ਪਰਿਵਾਰ ਦੀ ਬਣ ਗਈ, ਜਿੱਥੇ ਸਿਰਫ ਨਿਜਪ੍ਰਸਤੀ, ਮਾਇਆ, ਪਾਵਰ, ਸਿਰਫ ਪਾਵਰ ਦੇ ਲਈ, ਉਹਨੂੰ ਇੰਜੋਏ ਕਰਨ ਲਈ, ਤੇ ਸਾਰਾ ਕੁਛ ਜੋ ਕੁਛ ਵੀ ਪੰਥ ਦੇ ਵਿਰੁੱਧ ਹੋ ਸਕਦਾ ਆ ਇਹਨਾਂ ਦੇ ਰਾਹੀਂ ਹੋਇਆ, ਸਟੇਟ ਨੇ ਕਰਵਾਇਆ। ਤੇ ਇਹਨਾਂ ਨੇ ਉਸ ਪਾਵਰ ਦੀ ਮਦੋਸ਼ੀ ਵਿੱਚ ਹੀ ਕੀਤਾ ਕਿ ਹੱਦ ਤਾਂ ਉਹ ਹੋ ਗਈ ਜਦੋਂ ਹੁਣ ਬੇਅਦਬੀਆਂ ਵੇਲੇ ਬੇਅਦਬੀ ਦਾ ਐਡਾ ਵੱਡਾ ਜਿਹੜਾ ਪਾਪ ਆ, ਸਿੰਘਾਂ ਨੂੰ ਸ਼ਹੀਦ ਕਰਨ ਦਾ ਪਾਪ ਆ, ਉਹ ਵੀ ਇਹਨਾਂ ਦੇ ਹੱਥੀਂ ਹੋ ਗਿਆ। ਇਹਨਾਂ ਨੂੰ ਇਸ ਲੈਵਲ ਤੱਕ ਇਹਨਾਂ ਦੀ ਡੀਜਨਰੇਸ਼ਨ ਤੇ ਇਹ ਹੋ ਗਈ ਹੈ। ਇਸ ਕਰਕੇ ਇਹ ਅਕਾਲੀ ਦਲ ਨਹੀਂ ਆਪਾਂ ਇਹਨਾਂ ਨੂੰ ਕਹਿ ਸਕਦੇ, ਇਹ ਤਾਂ ਇੱਕ ਤਰ੍ਹਾਂ ਦੀ ਲੀਡਰਸ਼ਿਪ ਸੀ ਜਿਨ੍ਹਾਂ ਨੇ ਕਬਜ਼ਾ ਕਰ ਲਿਆ ਅਕਾਲੀ ਦਲ ਤੇ ਸਟੇਟ ਇਹਨਾਂ ਦੇ ਨਾਲ ਸੀ, ਸਟੇਟਿਸਟ ਪਾਰਟੀ ਬਣ ਗਈ। ਇਹਦੇ ਵਿੱਚ ਜਿਹੜੀ ਹੁਣ ਹਾਰ ਹੋਈ ਹੈ ਇਹਨਾਂ ਇਲੈਕਸ਼ਨਾਂ 'ਚ, ਇਹ ਅਕਾਲੀ ਦਲ ਦੀ ਜਾਂ ਪੰਥ ਦੀ ਹਾਰ ਨਹੀਂ ਹੋਈ, ਇਹ ਇੱਕ ਧੜੇ ਦੀ, ਇੱਕ ਪਰਿਵਾਰ ਦੀ, ਨਿਜ ਪ੍ਰਸਤੀ ਦੀ, ਮੌਕਾ ਪ੍ਰਸਤੀ ਦੀ, ਸਿਧਾਂਤਹੀਨਤਾ ਦੀ, ਮਾਇਆਵਾਦ ਦੀ, ਇਹਦੀ ਹਾਰ ਹੋਈ ਹੈ। ਪੰਥ ਦੀ ਹਾਰ ਨਹੀਂ ਹੋਈ। ਪੰਥ ਕਦੀ ਨਹੀਂ ਹਾਰਦਾ, ਪੰਥ ਗੁਰੂ ਦਾ ਵਰਸੋਇਆ ਆ, ਪੰਥ ਉੱਦਾਂ ਹੀ ਜਿਉਂਦਾ ਜਾਗਦਾ ਆ। ਭਾਵੇਂ ਇਸ ਵੇਲੇ ਪੰਥ ਖੰਡਾਓ 'ਚ ਆ, ਆਪਣੀ ਸਮਰੱਥਾ 'ਚ ਨਹੀਂ, ਆਰਗੇਨਾਈਜ਼ ਨਹੀਂ, ਪਰ ਪੰਥ ਨੂੰ ਕੋਈ ਨਹੀਂ ਹਰਾ ਸਕਦਾ, ਪੰਥ ਨੂੰ ਕੋਈ ਨਹੀਂ ਮਾਰ ਸਕਦਾ। ਪੰਥ 'ਚ ਸਾਰਾ ਕੁਝ ਉੱਦਾਂ ਦਾ ਉੱਦਾਂ ਹੀ ਪਿਆ ਹੈ। ਉਹ ਤਾਂ ਜਦੋਂ ਵੀ ਪੰਥ ਗੁਰੂ ਦਾ ਰਾਹ ਫੜੂਗਾ, ਸਟਰਗਲ ਦਾ ਰਾਹ ਫੜੂਗਾ, ਸਰਬੱਤ ਦੇ ਭਲੇ ਦਾ ਰਾਹ ਫੜੂਗਾ, ਜੱਦੋ-ਜਹਿਦ ਦਾ ਰਾਹ ਫੜੂਗਾ, ਹਲੇਮੀ ਰਾਜ ਤੇ ਬੇਗਮਪੁਰੇ ਦਾ ਰਾਹ ਫੜੇਗਾ, ਅਮਲਾ ਦਾ ਰਾਹ ਫੜੇਗਾ, ਪੰਥ ਉਸੇ ਤਰ੍ਹਾਂ ਗੁਰੂ ਦੀ ਫੇਰ ਬਖਸ਼ਿਸ਼ ਹੋ ਜਾਏਗੀ। ਇੱਥੇ ਤਾਂ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਪਿਛਲੇ ਕੁਝ ਸਮਿਆਂ 'ਚ ਗੁਰੂ ਦੀ ਕਲਾ, ਗੁਰੂ ਦੀ ਬਖਸ਼ਿਸ਼ ਪ੍ਰਤੱਖ ਰੂਪ 'ਚ ਦੇਖੀ ਜਾ ਸਕਦੀ ਹੈ। ਖਾਸ ਕਰਕੇ ਆ ਜਿਹੜਾ ਕਿਸਾਨ ਮੋਰਚਾ ਹੈ, ਜਿਸ ਤਰੀਕੇ ਨਾਲ ਜੋ ਉੱਥੇ ਮਾਹੌਲ ਸੀ, ਜਿਸ ਤਰ੍ਹਾਂ ਪੰਥ ਸਹਿਯੋਗ 'ਚ ਖੜਾ, ਜਿਸ ਤਰ੍ਹਾਂ ਪੰਥ ਦੀ ਚੜ੍ਹਤ ਤੇ ਪੰਥ ਦੀ ਕਲਾ ਵਰਤੀ, ਉਹ ਸਾਰਿਆਂ ਨੂੰ ਉੱਥੇ ਜਾ ਕੇ ਪਤਾ ਲੱਗਦਾ ਸੀ। ਇਹ ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਵੱਡੀਆਂ ਤਬਦੀਲੀਆਂ ਨੇ। ਤਾਂ ਜਿਸ ਤਰੀਕੇ ਨਾਲ ਗੁਰੂ ਨੇ ਸਾਰੀਆਂ ਕਮੀਆਂ ਤੇ ਪਰਦਾ ਪਾਇਆ ਤੇ ਦੁਸ਼ਮਣ ਦੀ ਕੋਈ ਵੀ ਨਹੀਂ ਚੱਲੀ, ਉਹਨਾਂ ਨੂੰ ਆਖਰ ਕਰਕੇ ਇਸ ਮੋਰਚੇ ਦੀਆਂ ਮੰਗਾਂ ਮੰਨਣੀਆਂ ਪਈਆਂ, ਹਾਰ ਕਬੂਲਣੀ ਪਈ। ਉਹ ਪੰਥ ਦੀ ਜਿੱਤ ਆ, ਪੰਥ ਦੀ ਚੜ੍ਹਦੀ ਕਲਾ ਆ, ਗੁਰੂ ਦੀ ਬਖਸ਼ਿਸ਼ ਆ। ਕਿਸੇ ਬੰਦੇ, ਕਿਸੇ ਜਥੇਬੰਦੀਆਂ, ਕਿਸੇ ਦੀ ਵੀ ਇਹ ਬਹੁਤ ਸਮਿਆਂ ਬਾਅਦ, ਸਿੱਖ ਸੰਘਰਸ਼ ਤੋਂ ਬਾਅਦ ਇਸ ਤਰ੍ਹਾਂ ਪੰਥ ਨੇ, ਆਮ ਇਕਾਈ ਨੇ, ਜੋ ਇੱਕ ਆਮ ਸੰਘਰਸ਼ ਬਣ ਗਿਆ ਸੀ, ਉਹਨਾਂ ਨੇ ਅਰਦਾਸ ਕੀਤੀ ਆ। ਅਰਦਾਸਾਂ ਨਾਲ ਉਹ ਜਿਹੇ ਅਮਲ ਸੀ, ਆਮ ਬੰਦੇ ਉੱਥੇ ਹੀਰੋ ਸੀ, ਮਾਈਆਂ, ਬਜ਼ੁਰਗ, ਬੱਚੇ। ਇਸ ਕਰਕੇ ਇਹ ਕਲਾ ਵਰਤੀ ਆ ਤੇ ਇਹ ਇੱਕ ਬਹੁਤ ਸ਼ੁਭ ਸਾਈਨ ਆ ਕਿ ਅੱਗੇ ਸਮਾਂ ਸੰਘਰਸ਼ ਦਾ ਆ ਤੇ ਪੰਥ ਨੂੰ ਕਿਸੇ ਤਰ੍ਹਾਂ ਦਾ ਫਿਕਰ ਨਹੀਂ ਚੜ੍ਹਦਾ, ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ ਤੇ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ। ਜੋ ਅਕਾਲੀ ਦਲ ਦੀ ਸਰਜੀਤੀ ਦੀ ਗੱਲ ਕਰ ਰਹੇ ਆ ਵੀ ਇਸ ਤਰੀਕੇ ਨਾਲ ਆਪਾਂ ਨੂੰ ਪੰਥਕ ਜਿਹੜੀ ਟ੍ਰੈਡੀਸ਼ਨ ਆ, ਜੋ ਸਾਡੀ ਰਵਾਇਤ ਆ, ਜੋ ਸਾਨੂੰ ਗੁਰੂ ਨੇ ਦੱਸਿਆ, ਉਹਦੇ ਅਨੁਸਾਰ ਸਰਜੀਤੀ ਕਰਨੀ ਚਾਹੀਦੀ ਹੈ, ਨਾ ਕਿ ਪੁਰਾਣੇ ਤਰੀਕੇ ਨਾਲ। ਜਿਹੜੀ ਕੋਸ਼ਿਸ਼ ਹੋ ਰਹੀ ਹੈ ਜ਼ਿਆਦਾਤਰ ਕਿ ਉਸ ਪਾਰਟੀ ਨੂੰ ਹੀ ਉਹ 'ਚ ਚੰਗੇ ਬੰਦੇ ਲਿਆਂਦੇ ਜਾਣ, ਬਿਹਤਰ ਬੰਦੇ ਲਿਆਂਦੇ ਜਾਣ, ਉਹ ਪਰਿਵਾਰ ਨੂੰ ਲਾ ਦਿੱਤਾ ਜਾਵੇ ਤੇ ਹੋਰ ਬੰਦੇ ਲਿਆ ਕੇ ਉਹੀ ਸਿਸਟਮ ਦੁਬਾਰਾ ਉਹਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਹ 'ਚੋਂ ਕੁਛ ਨਹੀਂ ਨਿਕਲਣਾ। ਆਪਾਂ ਦੇਖ ਲਿਆ ਕਿ 100 ਸਾਲ 'ਚ ਕਿੱਥੋਂ ਦੇ ਕਿੱਥੇ ਆ ਗਏ।
ਇਸ ਸਿਸਟਮ ਰਾਹੀਂ। ਅਸੀਂ ਆਪਣਾ ਸਿਸਟਮ ਜਿਹੜਾ ਗੁਰੂ ਨੇ ਸਾਨੂੰ ਦਿੱਤਾ ਸੀ, ਗੁਰਮਤ ਵਾਲਾ, ਅਗਵਾਈ ਚੁਣਨ ਦਾ ਸਿਸਟਮ, ਪੰਚ ਪ੍ਰਧਾਨੀ ਦਾ, ਜਥੇਬੰਦੀ ਦਾ ਸਿਸਟਮ, ਜੋ ਖਾਲਸਾ ਦੇ ਜਥਿਆਂ ਵਾਲਾ, ਸੰਗਤ ਵਾਲਾ, ਤੇ ਫੈਸਲੇ ਲੈਣ ਦਾ ਸਿਸਟਮ ਗੁਰਮਤਿ ਹੈ। ਅਕਾਲ ਤਖਤ ਦਾ ਇੰਸਟੀਟਿਊਸ਼ਨ ਜੋ ਸਾਰੀ ਕਾਇਨਾਤ ਲਈ ਹੈ, ਸਿਰਫ ਸਾਡੇ ਲਈ ਨਹੀਂ, ਸਾਰੀ ਕਾਇਨਾਤ ਲਈ ਹੈ, ਜਿੱਥੋਂ ਅਸੀਂ ਅਕਾਲ ਤਖਤ ਦੀ ਸਤ੍ਹਾ ਦੇ ਅਨੁਸਾਰ ਫੈਸਲੇ ਲੈਣੇ ਨੇ ਤੇ ਕਾਰਜਸ਼ੀਲ ਹੋਣਾ ਹੈ। ਕਿਸੇ ਵੇਲੇ ਜਿਹੜਾ ਪੰਥ ਸੀ ਉਹ ਸੀ ਜੋ ਜੂਝਦੇ ਸਿੰਘ ਹੁੰਦੇ ਸਨ, ਜੋ ਸਰਕਾਰ ਖਿਲਾਫ, ਤੇ ਹੋਰ ਵੀ ਕਈ ਹਿੱਸੇ ਸਨ ਜਿਹਦੇ ਮਿਲ ਵਰਤਣੀਆਂ ਸਨ, ਚਕਰੈਲ ਸਿੱਖ ਸੀ। ਉਸ ਵਕਤ ਜਿਹੜਾ ਸਰਬਤ ਖਾਲਸਾ ਜਾਂ ਸਿੱਖਾਂ ਦਾ ਗੁਰਮਤਾ ਹੁੰਦਾ ਸੀ, ਉਹ ਦੂਸਰਿਆਂ ਨੂੰ ਵਿੱਚ ਬੈਠਣ ਵੀ ਨਹੀਂ ਸੀ ਦਿੱਤਾ ਜਾਂਦਾ। ਇਹ ਪੰਥ ਦੀ ਇੱਕ ਸਹੀ ਪੋਜੀਸ਼ਨ ਸੀ, ਤੇ ਸਾਨੂੰ ਉਸ ਟ੍ਰੈਡੀਸ਼ਨਸ ਨੂੰ ਰਿਵਾਈਵ ਕਰਨਾ ਚਾਹੀਦਾ ਹੈ। ਸਾਨੂੰ ਜਿਹੜਾ ਅਕਾਲੀ ਦਲ ਆ, ਉਹ ਉਸੇ ਤਰੀਕੇ ਨਾਲ ਜਿੱਦਾਂ ਇਤਿਹਾਸ ਰਿਹਾ ਆ, ਅਕਾਲੀ ਫੂਲਾ ਸਿੰਘ ਵੇਲੇ, ਕਰਤਾਰ ਸਿੰਘ ਝੱਬਰ ਵੇਲੇ, ਤੇਜਾ ਸਿੰਘ ਸਮੁੰਦਰੀ ਵੇਲੇ, 84 ਜੂਨ ਨੂੰ ਸੰਤ ਜਰਨੈਲ ਸਿੰਘ ਸਭ ਤੋਂ ਵੱਡੇ ਅਕਾਲੀ ਦਲ ਦੇ ਜਰਨੈਲ ਸਨ। ਉਸ ਤੋਂ ਬਾਅਦ ਸਿੱਖ ਸੰਘਰਸ਼ ਜਿਹੜੇ ਜੁਝਾਰੂਆਂ ਨੇ ਸਿੱਖ ਸੰਘਰਸ਼ ਲੜਿਆ, ਸ਼ਹਾਦਤਾਂ ਪਾਈਆਂ, ਭਾਈ ਫੌਜਾ ਸਿੰਘ, ਜਨਰਲ ਲਾਭ ਸਿੰਘ, ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ, ਕਮਰਜੀਤ ਸਿੰਘ ਸੁਲਤਾਨਵੜ, ਅਨੋਖ ਸਿੰਘ, ਏਡੇ ਵੱਡੇ ਸ਼ਹੀਦ, ਇਹ ਅਸਲ ਅਕਾਲੀ ਸਨ। ਅਕਾਲੀ ਸਦਾ ਹੀ ਪੰਥ 'ਚ ਹਨ, ਉਹ ਰੂਹ ਸਦਾ ਹੀ, ਉਹ ਸਪਿਰਿਟ ਐਸ ਸੱਚ ਪਈ ਆ, ਆਮ ਬੰਦਿਆਂ 'ਚ ਪਈ ਆ। ਆਪਾਂ ਇਸ ਸੰਘਰਸ਼ 'ਚ, ਕਿਸਾਨ ਮੋਰਚੇ ਦੇਖ ਲਈ ਕਿ ਉਹ ਉੱਥੇ ਹੀ ਆ। ਉਹ ਤਾਂ ਬਸ ਗੁਰੂ ਦੀ ਬਖਸ਼ਿਸ਼ ਹੋਣੀ ਹੁੰਦੀ ਆ, ਤੇ ਬੰਦਿਆਂ ਨੇ ਆਪਣੀ ਥਾਂ ਪਛਾਣਨੀ ਹੁੰਦੀ ਆ, ਤੇ ਸੇਵਾ ਮਿਲਣੀ ਹੁੰਦੀ ਆ, ਤੇ ਉਹ ਹੋ ਜਾਂਦਾ ਆ। ਤੇ ਹੁਣ ਇਹੋ ਜਿਹੇ ਸਮੇਂ ਆ, ਬਹੁਤ ਹੀ ਚੁਣੌਤੀਆਂ ਵਾਲੇ ਤੇ ਬਹੁਤ ਹੀ ਸੰਭਾਵਨਾ ਵਾਲੇ। ਇਸ ਕਰਕੇ ਮੈਂ ਫਿਰ ਇਹ ਬੇਨਤੀ ਕਰਾਂਗਾ ਕਿ ਸਾਨੂੰ ਖਾਲਸਾ ਰਵਾਇਤਾਂ, ਸਿੱਖ ਰਵਾਇਤਾਂ ਅਨੁਸਾਰ ਅਕਾਲੀ ਦਲ ਦੀ ਸਰਜੀਤੀ ਕਰਨੀ, ਅਸਲ ਅਕਾਲੀ ਦਲ ਬਣਾਉਣਾ ਚਾਹੀਦਾ। ਉਹ ਬੰਦਿਆਂ ਨੂੰ ਆਉਣਾ ਚਾਹੀਦਾ ਆ ਜਿਹੜੇ ਨਿਸ਼ਕਾਮ, ਨਿਰਸਵਾਰਥ ਆ, ਪੰਥ ਪ੍ਰਸਤ ਆ, ਪੰਥ ਨੂੰ ਸਮਰਥਾ ਵਾ, ਆਪਾ ਵਾਰਨ ਵਾਲੇ ਹਨ, ਜਿੱਦਾਂ ਪਿੱਛੇ ਸਦਾ ਅਕਾਲੀ ਰਹੇ ਨੇ, ਤੇ ਉਹਨਾਂ ਨੂੰ ਅਕਾਲ ਤਖਤ ਤੇ ਗੁਰੂ ਧਾਮਾਂ ਦੀ ਸੇਵਾ ਲੈਣੀ ਚਾਹੀਦੀ। ਸਾਨੂੰ ਕਿਸੇ ਹੋਰ ਸਿਸਟਮ, ਕਿਸੇ ਮਾਡਰਨ ਆਧੁਨਿਕਵਾਦੀ ਜਾਂ ਕਿਤੇ ਹਿੰਦੂਤਵੀ ਸਿਸਟਮ ਜਾਂ ਕਿਸੇ ਹੋਰ ਸਿਸਟਮ ਵੱਲ ਦੇਖਣ ਦੀ ਜ਼ਰੂਰਤ ਨਹੀਂ। ਠੀਕ ਹੈ, ਦੁਨੀਆ ਦੇ ਹੁਣ ਦੇ ਗਿਆਨ ਨੂੰ ਨਜ਼ਰ 'ਚ ਰੱਖ ਕੇ ਉਹਦੇ ਇੱਕ ਸੰਦਰਭ 'ਚ ਅਸੀਂ ਆਪਣੀਆਂ ਪਰੰਪਰਾਵਾਂ ਤੇ ਆਪਣੇ ਜੋ ਗੁਰਮਤਿ ਦੇ ਗਿਆਨ ਜੋ ਸਾਨੂੰ ਗੁਰੂ ਨੇ, ਉਹਨੂੰ ਬੇਸ ਰੱਖ ਕੇ ਆਪਣੇ ਹੁਣ ਦੇ ਮਸਲਿਆਂ ਦੇ ਹੱਲ ਕੱਢਣੇ ਚਾਹੀਦੇ ਆ। ਤੇ ਉਸ ਤਰੀਕੇ ਨਾਲ ਸਾਨੂੰ ਅਕਾਲੀ ਦਲ ਉਹ ਰਵਾਇਤ ਉਹ ਸਰਜੀਤ ਕਰਨਾ ਚਾਹੀਦਾ ਹੈ। ਗੁਰੂ ਖਾਲਸਾ ਪੰਥ ਆ, ਉਹਦੇ ਅਨੁਸਾਰ ਇਹੀ ਜੁਗਤ ਠੀਕ ਆ। ਪੰਥ ਵਿੱਚ ਏਕਤਾ ਕਿਵੇਂ ਹੁੰਦੀ ਹੈ, ਉਹ ਜੋ ਮੈਨੂੰ ਸਮਝ ਲੱਗਦਾ ਹੈ, ਕਿਉਂਕਿ ਮੈਂ ਦੇਖ ਰਿਹਾ ਕਿੰਨੇ ਚਿਰ ਤੋਂ ਏਕਤਾ ਦੀ ਬਹੁਤ ਗੱਲ ਹੁੰਦੀ ਹੈ। ਜਦੋਂ ਅਸੀਂ ਹਥਿਆਰਬੰਦ ਸੰਘਰਸ਼ ਲੜ ਰਹੇ ਸਨ, ਸ਼ਹਾਦਤਾਂ ਹੋ ਰਹੀਆਂ ਸੀ, ਉਦੋਂ ਵੀ ਏਕਤਾ ਦੀ ਗੱਲ ਹੁੰਦੀ ਸੀ, ਬਹੁਤ ਇਕੱਠ ਹੁੰਦੇ ਸਨ, ਏਕਤਾ ਹੁੰਦੀ ਸੀ, ਫਿਰ ਅਨੇਕਤਾ ਵੀ ਹੋ ਜਾਂਦੀ ਸੀ। ਇਸ ਤਰ੍ਹਾਂ ਹੀ ਜਦੋਂ ਦਾ ਇੱਥੇ ਅਕਾਲੀ ਦਲ ਬਣੇ ਨਾ ਹੋਰ ਪੰਥ ਦੀਆਂ, ਉਹਦੇ ਵਿੱਚ ਵੀ ਆਮ ਹੀ ਆਉਂਦਾ ਰਿਹਾ ਕਿ ਆਓ ਵੀ ਇਕੱਠੇ ਹੋਈਏ, ਸਾਰੇ ਇਕੱਠੇ ਹੋ। ਜਦੋਂ ਵੀ ਕੋਈ ਸੰਕਟ ਆਉਂਦਾ ਆ ਜਾਂ ਕੋਈ ਇਹੋ ਜਿਹਾ ਮੌਕਾ ਆਉਂਦਾ ਜਿੱਦਾਂ ਹੋਣੇ ਆ, ਉਦੋਂ ਫਿਰ ਇੱਕਦਮ ਵੀ ਇਹ ਹੋ ਜਾਂਦਾ ਕਿ ਏਕਤਾ ਕਰੀਏ, ਫਿਰ ਅਕਾਲ ਤਖਤ ਵੱਲ ਨੂੰ ਭੱਜਿਆ ਜਾਂਦਾ। ਇਹਦਾ ਮੈਂ ਦੇਖਦਾ ਕਿ ਇਹ ਕਿਸ ਤਰ੍ਹਾਂ ਹੁੰਦਾ ਹੈ, ਜੋ ਪ੍ਰਚਲਿਤ ਚੱਲ ਰਿਹਾ ਹੈ ਉਹ 'ਚ ਤਾਂ ਇੱਦਾਂ ਹੀ ਆ ਕਿ ਲੋਕਾਂ ਦੀ ਜਿਹੜੀ ਏਕਤਾ ਦੀ ਜਿਹੜੀ ਇਹ ਭਾਵਨਾ ਆ, ਉਹ ਪੰਥ 'ਚ ਬਹੁਤ ਸ਼ੁੱਧ ਆ, ਬਹੁਤ ਪਵਿੱਤਰ। ਹਰ ਸਿੱਖ ਏਕਤਾ ਚਾਹੁੰਦਾ, ਪੰਥ ਏਕਤਾ ਚਾਹੁੰਦਾ। ਉਸ ਭਾਵਨਾ 'ਚ ਉਹੀ ਗੱਲ ਹੁੰਦੀ ਤਾਂ ਸਾਰਿਆਂ ਨੂੰ ਬਹੁਤ ਚੰਗੀ ਲੱਗਦੀ ਹੈ ਹੀ ਬਹੁਤ ਚੰਗੀ। ਪਰ ਜੋ ਇਹਨੂੰ ਬਣਾ ਦਿੱਤਾ ਗਿਆ ਆ, ਜਿਸ ਤਰ੍ਹਾਂ ਇਹਨੂੰ ਜਿੱਦਾਂ ਪੰਥ ਨੂੰ ਤੇ ਅਕਾਲੀ ਨੂੰ ਯੂਜ਼ ਕਰ ਲਏ, ਇਹਨੂੰ ਵੀ ਇਸੇ ਤਰ੍ਹਾਂ ਹੀ ਇਹ ਜਿਹੜੇ ਸਿਆਸਤਦਾਨ, ਸਿਰਫ ਸਿਆਸਤਦਾਨ ਨਾ ਪਾਵਰ ਵਾਲੇ, ਉਹਨਾਂ ਨੇ ਇਹਨੂੰ ਵਰਤਿਆ ਹੈ। ਉਹ ਏਕਤਾ ਤੋਂ ਜ਼ਿਆਦਾ ਮਤਲਬ ਇਹੀ ਹੁੰਦਾ ਹੈ ਕਿ ਧੜਿਆਂ ਦੀ ਏਕਤਾ, ਬੰਦਿਆਂ ਦੀ ਏਕਤਾ,
ਤੂੰ ਮੇਰੇ ਗਲ ਹਾਰ ਪਾ ਦੇ, ਉਹਨੇ ਤੁਹਾਡੇ ਪਾ ਦੇਣਾ। ਆਪਣੇ ਇੰਟਰਸਟ ਤੇ ਆਪਣੇ ਫਾਇਦਿਆਂ ਲਈ ਕੁਛ ਧੜੇ ਤਾਂ ਬੰਦੇ ਇਕੱਠੇ ਹੋ ਜਾਂਦੇ ਆ, ਉਹਨੂੰ ਏਕਤਾ ਕਹਿੰਦੇ ਆ। ਇਸ ਕਰਕੇ ਉਹ ਛੇਤੀ ਫਿਰ ਜਦੋਂ ਉਹਦੇ ਇੰਟਰਸਟ ਨਹੀਂ ਰਲਦੇ ਜਾਂ ਕੋਈ ਤਕਰਾਰ ਹੋ ਜਾਂਦਾ, ਫਿਰ ਉਹ ਅਲੱਗਾ ਹੋ ਜਾਂਦੇ ਆ, ਉਹ ਫਿਰ ਪੰਥ 'ਚ ਨਿਰਾਸ਼ਾ ਆ ਜਾਂਦੀ। ਅਸਲ ਏਕਤਾ ਦਾ ਤਾਂ ਸਦਾ ਹੀ ਅਸੀਂ ਮੰਗਾਈ ਆ। ਹੜਕੂ ਸੰਘਰਸ਼ ਵੇਲੇ ਵੀ ਅਸੀਂ ਉਦੋਂ ਏਕਤਾ ਕੀਤੀ। 5 ਜਥੇਬੰਦੀਆਂ ਦੀ ਪੰਥਕ ਕਮੇਟੀ ਬਣੀ, ਉਹ ਇਸ ਭਾਵਨਾ 'ਚ ਬਣੀ ਸੀ ਕਿ ਤੁਸੀਂ ਆਪਾ ਤਿਆਗ ਕੇ ਆਪਣੇ ਇੰਡੀਵਿਜੂਅਲਸ ਤੇ ਆਪਣੀਆਂ ਜਿਹੜੀਆਂ ਧੜੇਬੰਦੀਆਂ ਤੇ ਆਪਣੀਆਂ ਪਾਰਟੀਆਂ, ਵਿਚਾਰਤਾਵਾਂ, ਆਪਣੇ ਸਾਰੀਆਂ ਜੋ ਆਪਣੇ ਬਣਾਏ ਹੋਏ ਆ, ਉਹ ਤਿਆਗ ਕੇ ਤੁਸੀਂ ਪੰਥ ਨੂੰ ਸਮਰਪਿਤ ਹੋਵੇ। ਗੁਰੂ ਅੱਗੇ ਆ ਕੇ ਤੁਸੀਂ ਸਾਰਾ ਕੁਝ ਛੱਡ ਕਰੋ ਤੇ ਉੱਥੇ ਪੰਥ ਲਈ ਆਓ ਤੇ ਗੁਰੂ ਦੇ ਸਿਧਾਂਤ ਤੇ ਖੜ ਕੇ ਇਕੱਠੇ ਹੋ। ਉਹ ਇੱਕ ਰੂਹ ਦੀ, ਉਹ ਤੁਹਾਡੀਆਂ ਭਾਵਨਾਵਾਂ ਦੀ, ਉਹ ਤੁਹਾਡੇ ਅਮਲਾਂ ਦੀ ਉਹ ਏਕਤਾ ਜੋ ਰੂਹ ਤੋਂ ਸ਼ੁਰੂ ਹੋ ਕੇ ਤੁਹਾਡੇ ਮਨ ਤੇ ਤੁਹਾਡੇ ਸਰੀਰ ਤੱਕ ਚਲੀ ਜਾਂਦੀ ਹੈ। ਇੱਥੇ ਏਕਤਾ ਹੋਣੀ ਚਾਹੀਦੀ ਹੈ ਕਿ ਜਦੋਂ ਏਕਤਾ ਹੋਵੇ, ਉਹਦਾ ਪਹਿਲਾ ਯਾਨੀ ਕਿ ਪ੍ਰੀ ਕੰਡੀਸ਼ਨ ਆ ਕਿ ਤਿਆਗ। ਤਿਆਗ ਤੋਂ ਬਿਨਾਂ ਕਾਹਦੀ ਏਕਤਾ? ਸੈਲਫ ਸਰੈਂਡਰ, ਆਪਾਂ ਤਿਆਗਣਾ, ਆਪਣਾ ਧੜਾ ਤਿਆਗਣਾ, ਆਪਣੀ ਸੋਚ ਤਿਆਗਣੀ, ਮੈਂ ਤਿਆਗਣਾ ਤੇ ਸਾਂਝੀ ਸੱਥ 'ਚ ਸਾਂਝੇ 'ਚ ਆ ਕੇ ਗੁਰੂ ਅੱਗੇ ਸਮਰਪਿਤ ਹੋਣਾ ਕਿ ਸਾਰੇ ਗੁਰੂ ਦੇ ਹੋ ਗਏ, ਸਾਰਿਆਂ ਦੀ ਮੱਤ ਇੱਕ ਹੋ ਗਈ। ਉਹ ਏਕਤਾ ਆ, ਉਹ ਸਰਬਸੰਮਤੀ ਉਹ ਆ। ਇਹ ਨਹੀਂ ਕਿ ਇੰਨੇ ਜਿਹੜੇ ਇਕੱਠੇ ਹੋ ਕੇ ਕਹਿ ਦਿੱਤਾ ਕਿ ਹਾਂ ਅਸੀਂ ਇਕੱਠੇ ਹੋ ਗਏ, ਰਹੇ ਫੇਰ ਵੀ ਇੱਕ ਇੱਕ ਹੀ। ਉਹ ਜਿਹੜਾ ਵੈਸਟਰਨ ਕੰਸੈਂਸਸ ਹੈ ਉਹ ਨਹੀਂ ਹੈ ਸਾਡੇ। ਮੈਂ ਹੁਣ ਦੇਖੋ ਗੁਰਜੰਟ ਸਿੰਘ ਦੇ ਨਾਲ ਰਿਹਾ। ਜਦੋਂ ਗੁਰਜੰਟ ਸਿੰਘ ਨੂੰ ਜਥੇਦਾਰ ਬਣਾਇਆ, ਗੁਰਜੰਟ ਸਿੰਘ ਨੂੰ ਬਿਲਕੁਲ ਨਹੀਂ ਸੀ ਪਤਾ, ਉਹ ਬਿਲਕੁਲ ਹੀ ਕੋਈ ਲੀਡਰਸ਼ਿਪ ਲੈਣ ਵਾਲਾ ਬੰਦਾ ਨਹੀਂ ਸੀ। ਉਹ ਜਿੱਥੇ ਕਿਤੇ ਉਹਨੂੰ ਪਤਾ ਲੱਗਦਾ ਸੀ ਬੰਦੇ ਨੇ ਇਕੱਠੇ ਹੋਣਾ ਜਾਂ ਲੀਡਰਸ਼ਿਪ ਵਾਲੀ ਗੱਲ ਆ, ਉਹ ਪਿੱਛੇ ਚਲਾ ਜਾਂਦਾ ਸੀ, ਕਿਸੇ ਹੋਰ ਨੂੰ ਭੇਜ ਦਿੰਦਾ ਹੁੰਦਾ ਸੀ। ਉਹ ਤਾਂ ਅੱਗੇ ਫੀਲਡ 'ਚ ਲੜਨ ਵਾਲਾ, ਅੱਗੇ ਹੋ ਕੇ ਲੜਨ ਵਾਲਾ ਜਨਰਲ ਸੀ। ਉਹ ਜਦੋਂ ਅਵਤਾਰ ਸਿੰਘ ਬ੍ਰਹਮਾ ਜਦੋਂ ਸ਼ਹੀਦ ਹੋਇਆ ਤੇ ਮਾਝੇ 'ਚ ਬਹੁਤ ਮੀਟਿੰਗਸ ਹੋਈਆਂ, ਉੱਥੋਂ ਚੁਣਨ ਲੱਗੇ ਉਹ ਜਨਰਲ। ਤੇ ਅਸੀਂ ਇੱਥੇ ਮਾਝੇ ਦੇ ਵੀ ਜਿਹੜੇ ਕੰਵਰਜੀਤ ਸਿੰਘ ਸੀ ਤੇ ਬਾਬਾ ਸੁਰਿੰਦਰ ਸਿੰਘ, ਅਵਤਾਰ ਸਿੰਘ, ਚਰਨਜੀਤ ਸਿੰਘ ਤਲਵੰਡੀ, ਗੁਰਦੇਵ ਸਿੰਘ ਪੰਥਕ ਕਮੇਟੀ ਵਾਲੇ, ਹੋਰ ਕਈ ਸਿੰਘ ਸੀ, ਮੈਂ ਸੀ, ਮਥੁਰਾ ਸਿੰਘ ਜੀ, ਅਸੀਂ ਕਾਫੀ, ਦਰਸ਼ਨ ਸਿੰਘ ਡੱਲਾ, ਬਾਬਾ ਸੁਰਿੰਦਰ ਸਿੰਘ, ਅਸੀਂ ਬੈਠੇ ਜਿਹੜੇ ਸਾਰਿਆਂ ਗੱਲ ਹੋਈ ਕਿ ਡਿਜ਼ਰਵ ਤਾਂ ਇਹ ਕਰਦਾ, ਸੇਵਾ, ਨਿਮਰਤਾ, ਸਾਰੀ ਯੋਗਤਾ ਇਹ ਆ, ਤੇ ਇਹਨੇ ਤਾਂ ਕਦੀ ਕਹਿਣਾ ਹੀ ਨਹੀਂਗਾ। ਤੇ ਉੱਧਰ ਮਾਝੇ 'ਚ ਤਾਂ ਬਹੁਤ ਸਿੰਘ ਆ ਜਿਹੜੇ ਆਪਸ ਵਿੱਚ ਕਰ ਰਹੇ ਆ ਤੇ ਉਹ ਕਿਤੇ ਆਪਸ ਵਿੱਚ ਕੋਈ ਟਕਰਾਰ ਹੀ ਨਾ ਹੋ ਜਾਵੇ। ਤੇ ਅਸੀਂ ਉੱਥੇ ਹੀ ਫੈਸਲਾ ਕੀਤਾ ਕਿ ਅਸੀਂ ਉੱਥੇ ਹੀ ਗੁਰਮਤਾ ਕੀਤਾ ਕਿ ਇਹ ਸਾਡਾ ਜਾਣੀ ਹੱਕ ਬਣਦਾ ਕਿ ਅਸੀਂ ਇਹਨੂੰ ਬਣਾਈਏ, ਯੋਗ ਹੈ। ਅਸੀਂ ਉੱਥੇ ਕਰਕੇ ਉਹਨਾਂ ਨੂੰ ਭੇਜਤਾ, ਸਾਰਿਆਂ ਨੇ ਮੰਨ ਲਿਆ ਤੇ ਉਹਨੂੰ ਵੀ ਜਥੇਦਾਰੀ ਲੈਣੀ ਪੈ ਗਈ। ਉਹ ਇਸ ਤਰ੍ਹਾਂ ਜਾਣੀ ਕਿ ਉੱਤੇ ਬਣਾਈ ਆਈ। ਤੇ ਇਹਦੇ ਨਾਲ ਹੀ ਮੈਂ ਦੱਸਾਂ ਕਿ ਗੁਰਜੰਟ ਸਿੰਘ ਆਪ ਇੱਕ ਬਹੁਤ ਵੱਡਾ ਨਾਮ ਸੀ, ਜਿੰਨੀ ਉਹਨੂੰ ਜਗ੍ਹਾ ਮਿਲੀ ਉਸ ਤੋਂ ਮਿਲੀ, ਉਸ ਤੋਂ ਵੀ ਵੱਡਾ ਸੀ। ਪਰ ਉਹਦੇ ਨਾਲ ਉਹਦੇ ਸਾਥੀ ਕੋਈ 10, 12, 15 ਇਹੋ ਜਿਹੇ ਬੰਦੇ ਸੀਗੇ ਜਿਹੜੇ ਬਿਲਕੁਲ ਹੀ ਉੱਡੇ ਹੁੰਦੇ ਸੀ। ਜੇ ਉਹ 20 ਸੀ, ਉਹ 19 ਸੀ, ਕੋਈ 21 ਵੀ ਸੀਗਾ, ਉਹਨਾਂ ਦੇ ਕਿਤੇ ਨਾਂ ਨਹੀਂ ਆਉਂਦੇ। ਉਹ ਉਹਨਾਂ ਕਰਕੇ ਸੀਗਾ, ਉਹ ਇਕੱਠੇ ਇੱਕ ਗਰੁੱਪ ਕਰਕੇ ਸੀ। ਤੇ ਉਹ ਤਾਂ ਬਹੁਤ ਹੀ ਵੱਡੀਆਂ, ਕਈ ਤਾਂ ਇਹੋ ਜਿਹੇ ਸੀ ਕਿ ਬਿਲਕੁਲ ਹੀ ਨਹੀਂ ਸੀ ਨਾਮ ਆਉਣ ਦਿੰਦੇ ਤੇ ਉਹਨਾਂ ਦੀ ਸੇਵਾ ਬਹੁਤ ਹੀ ਵੱਡੀ ਹੈ। ਇਹ ਹੁਣ ਇਹ ਵੀ ਕੋਈ ਗੁਰੂ ਦਾ ਕੀ ਰਜ਼ਾ ਆ, ਗੁਰੂ ਦਾ ਕੀ ਭਾਣਾ ਹੈ। ਤੁਸੀਂ ਦੇਖੋ ਕਿ ਉਹਨਾਂ ਦੇ ਨਾਲ, ਮੈਂ ਉਹਨੂੰ ਕਿਹਾ ਕਿ ਉਹਨਾਂ ਦੇ ਨਾਲ ਸੀ ਬਾਬਾ ਸੁਰਿੰਦਰ ਸਿੰਘ ਜਿਹੜਾ ਸਿਮਰਨ ਦੀ ਮੂਰਤ ਸੀ, ਸਦਾ ਹੀ ਲੈਵਰ ਅੱਗੇ ਰਹਿੰਦੀ ਸੀ। ਅਮਰ ਸਿੰਘ ਮਾਨ ਜੋ ਇੱਕ ਬਹੁਤ ਪੜ੍ਹਿਆ ਲਿਖਿਆ, ਬਹੁਤ ਇੰਟੈਲੀਜੈਂਟ ਇੰਜੀਨੀਅਰਿੰਗ ਸੀ। ਅਵਤਾਰ ਸਿੰਘ ਦਾਊ ਮਾਜਰਾ ਬਹੁਤ ਇੰਟਲੈਕਚੁਅਲ ਤੇ ਸਿਮਰਨ ਵਾਲਾ ਤੇ ਸਦਾ ਹੀ ਸੇਵਾ ਵਾਲਾ, ਬਿਲਕੁਲ ਕਿਤੇ ਨਾਮ ਨਹੀਂ ਦੇਣ ਵਾਲਾ ਬੰਦਾ। ਹੁਣ ਦੇ ਸਮਿਆਂ 'ਚ ਜਿਹੜੇ ਆਪਣੇ ਜਿਉਂਦੇ ਹੀ ਹੈ, ਦਵਿੰਦਰਪਾਲ ਸਿੰਘ ਭੁੱਲਰ, ਮਨੋਹਰ ਸਿੰਘ ਧੀਰਾਜ, ਵੇਰ ਸਿੰਘ ਲੋਧੀਆ, ਦਰਸ਼ਨ ਸਿੰਘ ਤਖਾਣਵੰਦ, ਦਰਸ਼ਨ ਸਿੰਘ ਡੱਲਾ, ਬਖਤੌਰ ਸਿੰਘ ਸਰਾਓ। ਮੈਂ ਹੁਣ ਕਿਹਨੂੰ ਬੁਲਾਵਾਂ ਤਾਂ ਕਿਹਨੂੰ, ਇੱਦਾਂ ਦੇ ਕਿੰਨੇ ਹੀ ਸਿੰਘ ਸਨ। ਡਾਕਟਰ ਮਨਜੀਤ ਸਿੰਘ, ਹਰੀ ਸਿੰਘ, ਅਮਰਪਾਲ ਸਿੰਘ ਵਿਦੇਸ਼ੀ, ਇਹ ਬੰਦੇ ਸਾਰੇ ਹੀ ਉੱਡੇ ਹੀ ਬੰਦੇ ਸੀ। ਕਦੀ ਕਿਸੇ ਦਾ ਨਾਂ ਤੁਸੀਂ ਸੁਣਿਆ?
ਕਿੰਨੀਆਂ ਕੁ ਦੀ ਬਰਸੀਆਂ ਸੁਣੀਆਂ। ਬਹੁਤ ਹੀ ਮਹਾਨ ਬੰਦੇ ਸੀ, ਏਡੇ ਬੰਦੇ ਸੀ। ਤੇ ਜਿਹੜਾ ਗੁਰੂ ਖਾਲਸਾ ਪੰਥ ਆ, ਉੱਥੇ ਏਕਤਾ ਹੀ ਹੈ। ਉੱਥੇ ਤੁਹਾਨੂੰ ਆਪਣਾ ਆਪ ਛੱਡ ਕੇ ਆਉਣਾ ਪਊ, ਨਿਸ਼ਕਾਮ ਨਿਰਸਵਾਰਥ ਸੇਵਾ ਲਈ ਤਿਆਗ ਨਾਲ। ਆਪਾ ਭਾਵ ਨਹੀਂ ਹੋਣਾ ਚਾਹੀਦਾ, ਪੰਥ ਅਵਲਿਆ।